हेलो एवरीवन, सत श्री अकाल। ਇਹ ਹੈ ਆਪਣਾ ਮਾਰਕੀਟਿੰਗ ਚੈਪਟਰ ਦਾ ਪਾਰਟ 2। ਪਾਰਟ 1 ਦੇ ਵਿੱਚ ਆਪਾਂ ਡਿਸਕਸ ਕੀਤੇ ਸੀਗੇ ਮਾਰਕੀਟਿੰਗ ਦਾ ਮੀਨਿੰਗ, ਫੀਚਰਸ ਆਫ ਮਾਰਕੀਟਿੰਗ ਤੇ ਮਾਰਕੀਟਿੰਗ ਦੇ ਵਿੱਚ ਆਪਾਂ ਕੀ ਵੇਰੀਅਸ ਫੰਕਸ਼ਨਸ ਪਰਫਾਰਮ ਕਰਦੇ ਹਾਂ ਉਹ ਆਪਾਂ ਡਿਸਕਸ ਕੀਤਾ ਸੀ। ਤਾਂ ਦੇਖੋ ਇੱਕ ਵਾਰੀ ਰਿਵਾਈਜ਼ ਕਰ ਲਓ ਕੀ ਫੰਕਸ਼ਨ ਸੀਗੇ। ਗੈਦਰਿੰਗ, ਐਨਾਲਾਈਜ਼ਿੰਗ ਮਾਰਕੀਟ ਇਨਫੋਰਮੇਸ਼ਨ, ਮਾਰਕੀਟ ਪਲੈਨਿੰਗ, ਪ੍ਰੋਡਕਟ ਡਿਜ਼ਾइनिंग, डेवलपमेंट, स्टैंडर्डाइजेशन, ग्रेडिंग, पैकेजिंग, लेबलिंग, ब्रांडिंग, कस्टमर सपोर्ट सर्विसेज, प्राइसिंग ऑफ प्रोडक्ट्स, प्रमोशन, फिजिकल डिस्ट्रीब्यूशन, ट्रांसपोर्टेशन, वेयरहाउस। ये 12 फंक्शन मार्केटिंग ਦੇ ਵਿੱਚ ਤੁਸੀਂ ਪਰਫਾਰਮ ਕਰਦੇ ਹੋ। ਬੇਸਿਕਲੀ ਇਹ ਸਾਰੇ ਫੰਕਸ਼ਨਸ ਕਿਸ ਰਿਲੇਟਡ ਹੈਗੇ? ਗੁੱਡਸ ਨੂੰ ਪ੍ਰੋਡਕਸ਼ਨ ਪਲੇਸ ਤੋਂ ਕੰਜ਼ਿਊਮਰਸ ਤੱਕ ਪਹੁੰਚਾਉਣ ਦੀ ਜੋ ਤੁਸੀਂ ਫੰਕਸ਼ਨਸ ਪਰਫਾਰਮ ਕਰਦੇ ਹੋਗੇ ਸਾਰੇ ਫੰਕਸ਼ਨਸ ਉਹਦੇ ਨਾਲ ਹੀ ਰਿਲੇਟਡ ਨੇਗੇ। ਤਾਂ ਬੇਸਿਕਲੀ ਮਾਰਕੀਟਿੰਗ ਦੇ ਵਿੱਚ ਵੀ ਆਪਾਂ ਉਹੀ ਫੰਕਸ਼ਨਸ ਹੈ, ਮਤਲਬ ਮਾਰਕੀਟਿੰਗ ਹੈ ਹੀ ਕਿਹਨੂੰ ਕਿਹਾ ਗਿਆ? ਉਹਨਾਂ ਫੰਕਸ਼ਨਸ ਨੂੰ ਪਰਫਾਰਮ ਕਰਨ ਦੇ ਪ੍ਰੋਸੈਸ ਨੂੰ ਕਿਹਾ ਗਿਆ ਜਿਹੜੀਆਂ ਤੁਸੀਂ ਫੰਕਸ਼ਨਸ ਕਸਟਮਰ ਤੱਕ ਗੁੱਡਸ ਪਹੁੰਚਾਉਣ ਲਈ ਪਰਫਾਰਮ ਕਰਦੇ ਹੋਗੇ। ਹੁਣ ਅੱਜ ਦਾ ਜੋ ਆਪਣਾ ਮਾਰਕੀਟਿੰਗ ਦੇ ਵਿੱਚ ਟੌਪਿਕ ਹੈ ਉਹ ਹੈ ਮਾਰਕੀਟਿੰਗ ਫਿਲਾਸਫੀਜ਼। ਤਾਂ ਮਾਰਕੀਟਿੰਗ ਫਿਲਾਸਫੀਜ਼ ਆਪਣੇ ਕੋਲੇ 5 ਨੇ। बेसिकली मार्केटिंग फिलोसफीज है कि मार्केटिंग फिलोसफीज जो है वो अलग-अलग मार्केटर्स दी थिंकिंग है। अलग-अलग पर्सनस अलग-अलग तरीके नाल मार्केटिंग कर देगे, सारे फंक्शंस परफॉर्म कर देगे। तो उन्हां अलग-अलग बंदियां दी थिंकिंग की हैगी ओदे बेसिस ते आपां आह 5 फिलोसफीज दित्तियां हुई है। प्रोडक्शन कंसेप्ट, प्रोडक्ट कंसेप्ट, सेलिंग कंसेप्ट, मार्केटिंग कंसेप्ट ते सोशल मार्केटिंग कंसेप्ट। 1 बाय 1 करके इन्हां सारियां नूं पढ़दे। सब तो पहला प्रोडक्शन कंसेप्ट। ਹੁਣ ਜਿਹੜੇ ਪ੍ਰੋਡਕਸ਼ਨ ਕਨਸੈਪਟ ਨੂੰ ਫੋਲੋ ਕਰਨ ਵਾਲੇ ਬੰਦੇ ਹੈਗੇ ਉਹਨਾਂ ਦਾ ਕੀ ਮੰਨਣਾ ਹੈਗਾ ਕਿ ਜੇ ਪ੍ਰੋਡਕਟ ਹਰ ਟਾਈਮ ਮਾਰਕੀਟ ਦੇ ਵਿੱਚ ਅਵੇਲੇਬਲ ਹੋਊਗਾ ਤਾਂ ਕਸਟਮਰਸ ਉਸ ਪ੍ਰੋਡਕਟ ਨੂੰ ਆਪਣੇ ਆਪ ਖਰੀਦ ਲੈਣਗੇ। ਤਾਂ ਇਹਨਾਂ ਥਿੰਕਿੰਗ ਵਾਲੇ ਬੰਦਿਆਂ ਦਾ ਮੇਨ ਫੋਕਸ ਹੁੰਦਾ ਪ੍ਰੋਡਕਟ ਦੀ ਕੁਆਂਟੀਟੀ ਤੇ ਕਿ ਵੱਧ ਤੋਂ ਵੱਧ ਪ੍ਰੋਡਕਸ਼ਨ ਕੀਤੀ ਜਾਵੇ। ਜੇ ਵੱਧ ਤੋਂ ਵੱਧ ਆਪਾਂ ਪ੍ਰੋਡਕਸ਼ਨ ਕਰਾਂਗੇ ਤਾਂ ਉਹਦੇ ਨਾਲ ਕੀ ਹੋਊਗਾ? ਕਾਸਟ ਆਫ ਪ੍ਰੋਡਕਸ਼ਨ ਘਟੂਗੀ। ਕਾਸਟ ਆਫ ਪ੍ਰੋਡਕਸ਼ਨ ਘਟੂਗੀ ਤਾਂ ਜਿਹੜਾ ਗੁੱਡਸ ਹੈ ਆਪਾਂ ਘੱਟ ਪ੍ਰਾਈਸਿਸ ਤੇ ਕੰਜ਼ਿਊਮਰਸ ਨੂੰ ਦੇ ਪਾਵਾਂਗੇ। ਤਾਂ ਇਹਨਾਂ ਦਾ ਮੇਨ ਮੋਟਿਵ ਕੀ ਹੈਗਾ ਕਿ ਪ੍ਰੋਡਕਸ਼ਨ ਵੱਧ ਕਰੀਏ ਤਾਂ ਕਿ ਇੱਕ ਤਾਂ ਕੁਆਂਟੀਟੀ ਹਰ ਟਾਈਮ ਤੇ ਮਾਰਕੀਟ ਦੇ ਵਿੱਚ ਅਵੇਲੇਬਲ ਰਵੇ। ਜਦੋਂ ਵੀ ਕਸਟਮਰ ਡਿਮਾਂਡ ਕਰੇ ਉਹਨੂੰ ਗੁੱਡਸ ਅਵੇਲੇਬਲ ਮਿਲਣ ਤੇ ਚੀਪ ਰੇਟ ਤੇ ਉਹਨਾਂ ਨੂੰ ਅਵੇਲੇਬਲ ਮਿਲਣ ਤਾਂ ਉਹਦੇ ਨਾਲ ਕੀ ਹੋਊਗਾ? ਆਪਣਾ ਸਮਾਨ ਜੋ ਹੈ ਉਹ ਵੱਧ ਵਿਕੂਗਾ। ਇਹ ਹੈਗੇ ਪਹਿਲੇ ਪ੍ਰੋਡਕਸ਼ਨ ਕਨਸੈਪਟ, ਪਹਿਲੇ ਲੋਕਾਂ ਦੀ ਥਿੰਕਿੰਗ। ਦਿਸ ਕਨਸੈਪਟ ਵਰਕਸ ਔਨ ਐਨ ਅਜ਼ੰਪਸ਼ਨ that consumer prefers a product which is available and inexpensive। ਇਹ ਥਿਊਰੀ ਕੀ ਕਹਿੰਦੀ ਹੈਗੀ ਕਿ ਕੰਜ਼ਿਊਮਰਸ ਉਹਨਾਂ ਪ੍ਰੋਡਕਟਸ ਨੂੰ ਲੈਣਾ ਪਸੰਦ ਕਰਦੇ ਹੈਗੇ ਜਿਨ੍ਹਾਂ ਨੂੰ ਜਿਹੜੇ ਇਨਐਕਸਪੈਂਸਿਵ ਯਾਨੀ ਕਿ ਚੀਪ ਨੇਗੇ, ਜਿਹੜੇ ਹਰ ਟਾਈਮ ਅਵੇਲੇਬਲ ਰਹਿੰਦੇ ਹੈਗੇ। which means supply creates its own demand। ਇਹ ਥਿਊਰੀ ਕੀ ਕਹਿੰਦੀ ਹੈਗੀ ਕਿ ਸਪਲਾਈ ਆਪਣੀ ਡਿਮਾਂਡ ਖੁਦ ਕ੍ਰੀਏਟ ਕਰਦੀ ਹੈ ਕਿ ਜੇ ਮਾਰਕੀਟ ਦੇ ਵਿੱਚ ਹਮੇਸ਼ਾ ਗੁੱਡਸ ਦੀ ਸਪਲਾਈ ਰਹੂਗੀ ਤਾਂ ਹਮੇਸ਼ਾ ਗੁੱਡਸ ਦੀ ਡਿਮਾਂਡ ਵੀ ਰਹੂਗੀ। therefore companies focus on producing more of the products and making sure that it is available to the customers everywhere easily। ਤਾਂ ਕਰਕੇ ਕਸਟਮਰਸ ਇਹੋ ਜੀ ਥਿੰਕਿੰਗ ਵਾਲੀਆਂ ਕੰਪਨੀਆਂ ਕੀ ਕਰਦੀਆਂ ਹੈਗੀਆਂ? ਕੁਆਂਟੀਟੀ ਪ੍ਰੋਡਿਊਸ ਕਰਨ ਤੇ ਜ਼ਿਆਦਾ ਫੋਕਸ ਦਿੰਦੀ ਹੈਗੀ। the advantage of economies of scale is taken by the companies where they are focusing on the more production of the product। secondly we can say that decrease production cost make the product cheap and attractive to the customer। ਹੁਣ ਦੇਖੋ ਇਹਦੇ ਨਾਲ ਇੱਕ ਆਪਾਂ ਨੂੰ ਐਡਵਾਂਟੇਜ ਵੀ ਹੈਗੀ। ਐਡਵਾਂਟੇਜ ਕੀ ਹੈਗੀ? ਤਾਂ ਇਹਦੇ ਨਾਲ ਦੋ ਬੰਦਿਆਂ ਨੂੰ ਫਾਇਦਾ ਹੋ ਰਿਹਾ ਹੈਗਾ। ਜੇ ਤੁਸੀਂ ਜ਼ਿਆਦਾ ਪ੍ਰੋਡਕਸ਼ਨ ਕਰੋਗੇ, ਜ਼ਿਆਦਾ ਪ੍ਰੋਡਕਸ਼ਨ ਕਰਨ ਨਾਲ ਇੱਕ ਤਾਂ ਕਾਸਟ ਆਫ ਪ੍ਰੋਡਕਸ਼ਨ ਘੱਟ ਹੋਊਗੀ। ਕਾਸਟ ਆਫ ਪ੍ਰੋਡਕਸ਼ਨ ਘਟੂਗੀ ਤਾਂ ਕੰਪਨੀ ਨੂੰ ਫਾਇਦਾ ਹੈਗਾ। ਦੂਸਰੀ ਔਰ ਜੇ ਕਾਸਟ ਆਫ ਪ੍ਰੋਡਕਸ਼ਨ ਘਟੂਗੀ ਤਾਂ ਕੰਪਨੀ ਕੀ ਕਰੂਗੀ? ਉਹਨਾਂ ਪ੍ਰੋਡਕਟਸ ਨੂੰ ਘੱਟ ਪ੍ਰਾਈਸਿਸ ਤੇ ਕੰਜ਼ਿਊਮਰਸ ਨੂੰ ਦੇ ਦੂਗੀ ਤੇ ਕੰਜ਼ਿਊਮਰਸ ਨੂੰ ਵੀ ਘੱਟ ਪ੍ਰਾਈਸਿਸ ਤੇ ਗੁੱਡਸ ਮਿਲ ਜਾਣਗੀਆਂ। ਤਾਂ ਦੋਨਾਂ ਨੂੰ ਫਾਇਦਾ ਹੁੰਦਾ ਹੈਗਾ ਜੇ ਤੁਸੀਂ ਆਹ ਥਿਊਰੀ ਫੋਲੋ ਕਰ ਦਿਓਗੇ। लेकिन इस थ्योरी ਦੀ ਇੱਕ ड्रॉबैक भी है, लिमिटेशन भी है। की लिमिटेशन है? a minimum price may attract new customers but the focus is just on production and not on the quality of the products। बट ये कह रहे हैं कि इस थ्योरी का एक ड्रॉबैक भी है कि चाहे तुसी हर टाइम क्वांटिटी अवेलेबल रखवा दो ते चीप प्राइसेस ते गुड्स अवेलेबल करवा दो कंज्यूमर्स नु, ਉਹ थोड़े टाइम ਲਈ ਤਾਂ ਤੁਹਾਡੇ ਗੁੱਡਸ ਵਿਕ ਜਾਣਗੇ ਲੇਕਿਨ ਹਮੇਸ਼ਾ ਤੁਹਾਡੀਆਂ ਗੁੱਡਸ ਚੀਪ ਰੇਟ ਤੇ ਨਹੀਂ ਵਿਕਣਗੀਆਂ ਜੇ ਤੁਸੀਂ ਕੁਆਲਿਟੀ ਦਾ ਧਿਆਨ ਨਹੀਂ ਰੱਖੋਗੇ। ਤੁਹਾਨੂੰ ਗੁੱਡਸ ਦੀ ਕੁਆਂਟੀਟੀ ਦੇ ਨਾਲ-ਨਾਲ ਗੁੱਡਸ ਦੀ ਕੁਆਲਿਟੀ ਦਾ ਵੀ ਧਿਆਨ ਰੱਖਣਾ ਪਊਗਾ ਕਿਉਂਕਿ ਹਰ ਕੰਜ਼ਿਊਮਰ ਇਹੋ ਜਿਹਾ ਨਹੀਂ ਹੁੰਦਾ ਕਿ ਜਿਹੜਾ ਚੀਪ ਗੁੱਡਸ ਦੇਖ ਕੇ ਖਰੀਦ ਲੈਂਦਾ ਹੈਗਾ। ਕੁਆਲਿਟੀ ਵੀ ਚੈੱਕ ਕਰਦੇ ਹੈਗੇ ਲੋਕ। As a result in a decrease in sales if the product is not up to the mark or as per the demand of the consumer। ਤੇ ਇਹੀ ਰੀਜ਼ਨ ਹੋਊਗਾ ਕਿ ਕੁਝ ਟਾਈਮ ਸ਼ਾਰਟ ਪੀਰੀਅਡ ਦੇ ਵਿੱਚ ਆਪਣੀ ਸੇਲ ਜੋ ਹੈ ਉਹ ਇਨਕਰੀਜ਼ ਹੋ ਜਾਊਗੀ ਲੇਕਿਨ ਜਦੋਂ ਕੁਆਲਿਟੀ ਦਾ ਪੁਆਇੰਟ ਆ ਗਿਆ ਉਸ ਟਾਈਮ ਤੇ ਕੀ ਹੋਗਾ? ਆਪਣੀ ਸੇਲ ਜੋ ਹੈ ਉਹ ਘਟਣੀ ਸ਼ੁਰੂ ਹੋ ਜਾਊਗੀ। ਮਤਲਬ ਜਿਹੜੇ ਕੁਆਲਿਟੀ ਕੌਨਸ਼ੀਅਸ ਲੋਕ ਹੈਗੇ ਉਹ ਕਦੇ ਵੀ ਆਪਣੇ ਕਸਟਮਰ ਬੇਸ ਦੇ ਵਿੱਚ ਨਹੀਂ ਆਉਣਗੇ ਜੇ ਆਪਾਂ ਇਸ ਥਿਊਰੀ ਨੂੰ ਲੈ ਕੇ ਚੱਲਦੇ ਹਾਂ। ਗੱਲ ਸਮਝ ਆ ਗਈ? ਫਸਟ ਪ੍ਰੋਡਕਸ਼ਨ ਕਨਸੈਪਟ ਵਾਲੇ ਲੋਕ ਕਿਵੇਂ ਗੁੱਡਸ ਨੂੰ ਕੰਜ਼ਿਊਮਰ ਤੱਕ ਪਹੁੰਚਾਉਣਾ ਚਾਹੁੰਦੇ ਹੈਗੇ? ਕੁਆਂਟੀਟੀ ਤੇ ਚੀਪ ਪ੍ਰਾਈਸਿਸ ਤੇ ਉਹਨਾਂ ਗੁੱਡਸ ਨੂੰ ਕੰਜ਼ਿਊਮਰ ਤੱਕ ਪਹੁੰਚਾ ਕੇ। ਠੀਕ ਹੈ। ਉਦੋਂ ਬਾਅਦ ਆਉਂਦੀ ਹੈਗੀ ਪ੍ਰੋਡਕਟ ਕਨਸੈਪਟ। ਹੁਣ
प्रोडक्शन कंसेप्ट ਦੇ ਵਿੱਚ ਆਪਾਂ ਇੱਕ ਡਰਾਬੈਕ ਪੜਿਆਗਾ ਕੁਆਲਿਟੀ ਵਾਲਾ ਕਿ ਪ੍ਰੋਡਕਸ਼ਨ ਕਨਸੈਪਟ ਵਾਲੇ ਲੋਕੀ ਜੋ ਹੈ ਉਹ ਕੁਆਲਿਟੀ ਤੇ ਧਿਆਨ ਨਹੀਂ ਦਿੰਦੇ, ਸਿਰਫ ਕੁਆਂਟੀਟੀ ਤੇ ਧਿਆਨ ਦਿੰਦੇ ਆ। ਹੁਣ ਉਹੀ ਜਿਹੜਾ ਡਰਾਬੈਕ ਹੈ ਪ੍ਰੋਡਕਸ਼ਨ ਕਨਸੈਪਟ ਦਾ ਉਹ ਖਤਮ ਕਰ ਦੇਗਾ ਪ੍ਰੋਡਕਟ ਕਨਸੈਪਟ। ਪ੍ਰੋਡਕਟ ਕਨਸੈਪਟ ਵਾਲੇ ਲੋਕਾਂ ਦਾ ਕੀ ਮੰਨਣਾ ਹੈਗਾ ਕਿ ਤੁਸੀਂ ਵਧੀਆ ਕੁਆਲਿਟੀ ਪ੍ਰੋਵਾਈਡ ਕਰੋ, ਚਾਹੇ ਚੀਜ਼ ਦਾ ਰੇਟ ਜੋ ਹੈ ਉਹ 2 ਪੈਸੇ ਵੱਧ ਲੈ ਲਓ, लेकिन प्रोडक्ट की जो क्वालिटी हैगी वो वधिया होनी चाहिए, क्योंकि लोग जो होंगे वो क्वालिटी कॉन्शियस होंगे, वधिया क्वालिटी वाली चीज़ां ही लेना पसंद करते हैं, तो उन्होंने वधिया क्वालिटी दी चीज़ां ही तुसीं प्रोवाइड करो। ये है थोड़ी दूसरी फिलॉसफी। This concept works on the assumption that customers prefer products of better quality and availability. Customers हमेशा better quality ਤੇ availability वाले products ही prefer करते हैं। The company mainly devotes most of its time in developing a product with great quality that usually turns into expensive price. Provide good quality of products with more features in products is the main focus of the concept. Product ਦੇ ਵਿੱਚ ਜ਼ਿਆਦਾ quality ਤੇ ਜ਼ਿਆਦਾ features प्रोवाइड करके वधिया चीज प्रोवाइड करना इस कंसैप्ट की मेन फोकस होंदी हैगी। यानी कि इस कंसैप्ट वाले लोग जो होंदे हैगे प्रॉफिट अर्न किवें करदे हैगे, वधिया क्वालिटी दियां गुड्स प्रोवाइड करके, पिछले लोग क्वांटिटी पूरी प्रोवाइड करके डिमांड नूं पूरा मीट करके वो आपदी सेल इंक्रीज करदे हैगे। समझ आया प्रोडक्ट कंसैप्ट? बेसिकली प्रोडक्ट कंसैप्ट जिहड़ी प्रोडक्शन की ड्रॉबैक हैगी उहनूं खत्म कर देगा। नैक्सट आ जाता है थर्ड सैलिंग कंसैप्ट। सैलिंग कंसैप्ट वाले लोग की कहते हैं कि सैलिंग वट यू हैव, कि ओह बेच दो जो थोड़े कोले है। सैलिंग कंसैप्ट वाले लोग कहते हैं कि चाहे तुसी क्वांटिटी ते ध्यान दे दो, चाहे तुसी क्वालिटी ते ध्यान दे दो, थोड़ा प्रोडक्ट आपे आप नहीं बिकूगा, थोनू प्रोडक्ट बेचना पऊगा। जो चीज तुसी बना रहे होंगे ओह थोनू जाके मार्केट दे विच बेचनी पऊगी। ये है सैलिंग कंसैप्ट कि थोनू एफर्ट्स लाने पैणगे प्रोडक्ट नू बेचण ते प्रोडक्ट अपने आप नहीं बिकदा। ये सैलिंग कंसैप्ट थोनू कहंदा हैगा। सेलिंग व्हाट यू हैव इज द ओनली द मेन फंक्शन एंड एम ऑफ द सेलिंग कंसैप्ट। इन दिस कंसैप्ट कस्टमर इज कन्विंस्ड बाय द सेलर टू बाय द प्रोडक्ट, मीन्स प्रोडक्ट इज सोल्ड बाय हुक एंड क्रुक। एक ही कहते हैं कि चाहे कुछ मर्जी करना पवे थोनू प्रोडक्ट बेचना पऊगा, प्रोडक्ट आपे नहीं बिकूगा। चाहे कोई एडवर्टीजमेंट करो, सेल्स प्रमोशन दी टेक्निक्स यूज करो, पर्सनल सेलिंग करो, किवें मर्जी जाके किया प्रोडक्ट नू बेचो, थोनू एफर्ट्स लगाने पैणगे प्रोडक्ट बेचण ते। मतलब कि कस्टमर्स ਨੂੰ अट्रैक्ट करना पऊगा आपदे प्रोडक्ट ਵੱਲ, कि जे ਤੁਸੀਂ ਵਧੀਆ ਕੁਆਲਿਟੀ ਵੀ ਦੇ ਰਹੇ ਹੋ ਤਾਂ ਵੀ प्रोडक्ट ਵੱਲ कस्टमर्स अट्रैक्ट नहीं होंगे, ਤੁਹਾਨੂੰ ਉਹਨਾਂ ਨੂੰ अट्रैक्ट करना पऊगा। कीपिंग इन दिस व्यू कंसेप्ट, keeping in view this concept, these companies concentrate their marketing efforts toward educating and attracting the customers। इस कंसेप्ट ਨੂੰ ਧਿਆਨ ਰੱਖ ਕੇ ਕੰਪਨੀਆਂ ਕੀ ਕਰਦੀਆਂ ਜਿਹੜੀਆਂ ਇਸ ਕੰਸੈਪਟ ਨੂੰ ਫੋਲੋ ਕਰਦੀਆਂ ਉਹ ਜ਼ਿਆਦਾ ਟਾਈਮ ਕਸਟਮਰਸ ਨੂੰ ਐਜੂਕੇਟ ਤੇ ਕਸਟਮਰਸ ਨੂੰ ਅਟਰੈਕਟ ਕਰਨ ਵੱਲ ਦਿੰਦੀਆਂ ਹੈਗੀਆਂ। This concept offers the idea that by repeating efforts one can sell anything to the customers. This may be right for some time but you can not do it for a long time। ਹੁਣ ਇਸ ਕੰਸੈਪਟ ਦੇ ਅਕੋਰਡਿੰਗ ਹਰ ਇੱਕ ਬੰਦਾ ਬਾਰ-ਬਾਰ ਰਿਪੀਟਿੰਗ ਐਫਰਟਸ ਲਾ ਕੇ ਕੁਝ ਵੀ ਚੀਜ਼ ਵੇਚ ਸਕਦਾ ਹੈ ਜੋ ਵੀ ਉਹ ਪ੍ਰੋਡਿਊਸ ਕਰ ਰਹੇਗਾ, ਲੇਕਿਨ ਇਹ ਚੀਜ਼ ਜੋ ਹੁੰਦੀ ਹੈ ਉਹ ਲੰਬੇ ਟਾਈਮ ਤੱਕ ਨਹੀਂ ਹੁੰਦੀ ਕਿ ਜੋ ਤੁਸੀਂ ਬਣਾ ਰਹੇ ਹੋਗੇ ਤੁਸੀਂ ਕਸਟਮਰ ਨੂੰ ਉਹ ਚਿਪਕਾ ਦੋਗੇ, ਨਹੀਂ ਜ਼ਿਆਦਾ ਲੰਬੇ ਟਾਈਮ ਤੱਕ ਨਹੀਂ ਹੋਗੀ। ਸ਼ਾਰਟ ਪੀਰੀਅਡ ਦੇ ਵਿੱਚ ਤੁਸੀਂ ਆਪਦਾ ਸਮਾਨ ਵੇਚ ਸਕਦੇ ਹੋ, ਲੇਕਿਨ ਲੰਬੇ ਟਾਈਮ ਪੀਰੀਅਡ ਦੇ ਵਿੱਚ ਤੁਹਾਨੂੰ ਕਸਟਮਰ ਦੀ ਨੀਡਸ ਐਂਡ ਵਾਂਟਸ ਨੂੰ ਵੀ ਧਿਆਨ 'ਚ ਰੱਖਣਾ ਪਊਗਾ। ਜੇ ਤੁਸੀਂ ਨੀਡਸ ਐਂਡ ਵਾਂਟਸ ਨੂੰ ਧਿਆਨ 'ਚ ਰੱਖ ਕੇ ਪ੍ਰੋਡਕਟ ਬਣਾ ਰਹੇ ਹੋ ਤਾਂ ਹੀ ਕਸਟਮਰ ਖਰੀਦੂਗਾ, ਜੋ ਵੀ ਤੁਸੀਂ ਬਣਾ ਰਹੇ ਹੋਗੇ ਉਹ ਕਸਟਮਰ ਖਰੀਦਣਾ ਪਸੰਦ ਨਹੀਂ ਕਰਦਾ। ਤਾਂ ਹੁਣ ਸੈਲਿੰਗ ਕੰਸੈਪਟ ਦਾ ਜੋ ਇਹ ਡਰਾਬੈਕ ਸੀਗਾ ਕਿ ਲੰਬੇ ਟਾਈਮ ਤੱਕ ਉਹ ਸਮਾਨ ਨਹੀਂ ਵਿਕੂਗਾ ਜਿਹੜਾ ਆਪਾਂ ਬਣਾ ਰਹੇ ਹਾਂਗੇ, ਉਹ ਡਰਾਬੈਕ ਕੌਣ ਖਤਮ ਕਰ ਦੇਗਾ? ਮਾਰਕੀਟਿੰਗ ਕੰਸੈਪਟ। ਮਾਰਕੀਟਿੰਗ ਕੰਸੈਪਟ ਵਾਲੇ ਲੋਕ ਕੀ ਕਹਿੰਦੇ ਹੈਗੇ ਕਿ ਸਮਾਨ ਆਪਣਾ ਉਹੀ ਵਿਕੂਗਾ ਜਿਹੜਾ ਕਸਟਮਰ ਦੀ ਨੀਡਸ ਐਂਡ ਵਾਂਟਸ ਨੂੰ ਫੁੱਲਫਿਲ ਕਰਦਾ ਹੋਊਗਾ। ਯਾਨੀ ਕਿ ਤੁਸੀਂ ਸਿਰਫ ਉਹੀ ਚੀਜ਼ਾਂ ਬਣਾਓ ਜਿਹੜੀਆਂ ਕਿ ਕਸਟਮਰ ਦੀ ਨੀਡਸ ਐਂਡ ਵਾਂਟਸ ਨੂੰ ਸੈਟੀਸਫਾਈ ਕਰਨ। ਆਏ ਨਹੀਂ ਹੈਗਾ ਤੁਸੀਂ ਜੋ ਬਣਾਇਆ ਉਹਨਾਂ ਨੂੰ ਵੇਚਣਾ ਹੈਗਾ। They do not sell what they can make, but they make what they can sell। ਕੀ ਕਹਿ ਰਹੇ ਹੈਗੇ ਮਾਰਕੀਟਿੰਗ ਕੰਸੈਪਟ ਵਾਲੇ ਲੋਕ? ਇਹ they do not sell what they can make, ਇਹ ਉਹ ਸਮਾਨ ਨਹੀਂ ਵੇਚਦੇ ਜਿਹੜੇ ਇਹ ਬਣਾ ਸਕਦੇ, but they make what they can sell, but ਇਹ ਉਹ ਸਮਾਨ ਜ਼ਰੂਰ ਬਣਾਉਂਦੇ ਹੈਗੇ ਜਿਹੜਾ ਇਹ ਸਮਾਨ बेच सकते हैं। हुण जेड़ा समान बेच सकते मतलब कि जेड़े समान कस्टमर की नीड्स एंड वांट्स ਨੂੰ पूरा करूगा यही लोग वही समान बनाउंदे हैगे।
In other words, understanding the requirements and wants of the customers are the main aim of the marketing concept. Marketing concept ਦਾ main aim ਕੀ ਹੈਗਾ, customers ਦੀ needs and wants ਨੂੰ ਆਪਾਂ satisfy ਕਰ ਸਕੀਏ. Satisfying the customers are the important main function of this concept. The firm focus on establishing the close contract with the customer so that their needs and wants will be drawn and then product will be offered to the customers accordingly. ਹੁਣ ਇਸ ਕਨਸੈਪਟ ਦੇ ਅਕੋਰਡਿੰਗ ਜਿਹੜੀਆਂ ਫਰਮਸ ਹੁੰਦੀਆਂ ਹੈਗੀਆਂ ਉਹਨਾਂ ਨਾਲ ਕਸਟਮਰ ਨਾਲ ਡਾਇਰੈਕਟਲੀ ਕੰਟੈਕਟ ਹੁੰਦਾ ਹੈਗਾ ਤਾਂ ਕਿ ਉਹਨਾਂ ਨੂੰ ਕਸਟਮਰ ਦੀ ਨੀਡਸ ਐਂਡ ਵਾਂਟਸ ਬਾਰੇ ਪਤਾ ਚੱਲਦਾ ਰਹੇ ਤੇ ਉਸ ਅਕੋਰਡਿੰਗ ਹੀ ਉਹ ਪ੍ਰੋਡਕਟ ਨੂੰ ਬਣਾ ਸਕਣ. ਦੀ ਮੋਟੋ ਆਫ ਦਿਸ ਫਿਲਾਸਫੀ ਇਜ਼ ਟੂ ਫਾਈਂਡ ਵਾਂਟਸ ਐਂਡ ਫਿਲ them ਤੇ ਇਸ ਕਨਸੈਪਟ ਦਾ ਮੇਨ ਮੋਟੋ ਕੀ ਹੁੰਦਾ ਹੈਗਾ ਕਿ ਆਪਾਂ ਵਾਂਟਸ ਜਿਹੜੀਆਂ ਹੁੰਦੀਆਂ ਹੈਗੀਆਂ ਉਹਨਾਂ ਨੂੰ ਫਾਈਂਡ ਆਊਟ ਕਰੀਏ ਕੀ ਕਸਟਮਰਸ ਨੂੰ ਚਾਹੀਦਾ ਹੈਗਾ ਤੇ ਉਹਨਾਂ ਨੂੰ ਫਿਲ ਅਪ ਕਰੀਏ. ਤਾਂ ਇਸ ਥਿਊਰੀ ਨਾਲ ਇਹ ਲੋਕ ਜ਼ਿਆਦਾ ਤੋਂ ਜ਼ਿਆਦਾ ਪ੍ਰੋਫਿਟ ਕਮਾਉਂਦੇ ਹੈਗੇ, ਜ਼ਿਆਦਾ ਤੋਂ ਜ਼ਿਆਦਾ ਕਸਟਮਰਸ ਤੱਕ ਆਪਦਾ ਪ੍ਰੋਡਕਟ ਪਹੁੰਚਾਉਂਦੇ. ਨੈਕਸਟ ਆਉਂਦਾ ਹੈਗਾ ਸੁਸਾਈਟਲ ਮਾਰਕੀਟਿੰਗ ਕਨਸੈਪਟ. ਹੁਣ ਸੁਸਾਈਟਲ ਮਾਰਕੀਟਿੰਗ ਕਨਸੈਪਟ ਜਿਹੜਾ ਹੈਗਾ ਮਾਰਕੀਟਿੰਗ ਕਨਸੈਪਟ ਦੀ ਹੀ ਐਕਸਟੈਂਸ਼ਨ ਵਰਜ਼ਨ ਹੈਗਾ. ਉੱਥੇ ਆਪਾਂ ਕਸਟਮਰਸ ਦੀ ਨੀਡਸ ਐਂਡ ਵਾਂਟਸ ਪੂਰੀਆਂ ਕੀਤੀਆਂ ਸੀਗੀਆਂ ਫਿਰ ਮੈਕਸਿਮਮ ਪ੍ਰੋਫਿਟ ਕਮਾ ਰਹੇ ਹੈਗੇ. ਇਹ ਲੋਕੀ ਕਹਿੰਦੇ ਹੈਗੇ ਯਾਰ ਤੁਸੀਂ ਕਸਟਮਰ ਦੀ ਨੀਡਸ ਐਂਡ ਵਾਂਟਸ ਪੂਰੀਆਂ ਕਰਨੀਆਂ ਹੈਗੀਆਂ ਪਰ ਉੱਤੇ ਜਦੋਂ ਤੁਸੀਂ ਕਸਟਮਰ ਦੀਆਂ ਨੀਡਸ ਐਂਡ ਵਾਂਟਸ ਪੂਰੀਆਂ ਕਰ ਰਹੇ ਹੋਗੇ ਤਾਂ ਸੁਸਾਇਟੀ ਨੂੰ ਇਗਨੋਰ ਨਾ ਕਰੋ. ਮਤਲਬ ਕਿ ਜਦੋਂ ਵੀ ਤੁਸੀਂ ਕੰਮ ਕਰ ਰਹੇ ਹੋਗੇ ਜਦੋਂ ਜੋ ਵੀ ਤੁਸੀਂ ਪ੍ਰੋਡਕਟ ਬਣਾ ਰਹੇ ਹੋਗੇ ਚਾਹੇ ਤੁਸੀਂ ਉਹ ਕਸਟਮਰ ਦੀ ਨੀਡਸ ਐਂਡ ਵਾਂਟਸ ਨੂੰ ਧਿਆਨ 'ਚ ਰੱਖ ਕੇ ਬਣਾ ਰਹੇ ਹੋਗੇ ਬਟ ਉਹਦੇ ਨਾਲ ਸੁਸਾਇਟੀ ਇਗਨੋਰ ਨਹੀਂ ਹੋਣੀ ਚਾਹੀਦੀ. ਸੁਸਾਇਟੀ ਦੇ ਵਿੱਚ ਪੋਲਿਊਸ਼ਨ ਨਹੀਂ ਹੋਣਾ ਚਾਹੀਦਾ ਜਾਂ ਕਿਸੇ ਵੀ ਹੋਰ ਤਰੀਕੇ ਨਾਲ ਸੁਸਾਇਟੀ ਨੂੰ ਹਾਰਮ ਨਹੀਂ ਹੋਣਾ ਚਾਹੀਦਾ. ਜੇ ਇਦਾਂ ਹੋ ਰਿਹਾ ਹੈਗਾ ਫਿਰ ਵੀ ਕਸਟਮਰਸ ਨੂੰ ਚਾਹੇ ਤੁਸੀਂ ਸੈਟੀਸਫਾਈ ਕਰ ਰਹੇ ਹੋਗੇ ਕਸਟਮਰਸ ਤੁਹਾਡੇ ਕੋਲ ਆਉਣਾ ਪਸੰਦ ਨਹੀਂ ਕਰਨਗੇ. ਤਾਂ ਇਹਨਾਂ ਦਾ ਮੇਨ ਏਮ ਇਹ ਹੁੰਦਾ ਹੈਗਾ ਕਿ ਇਹ ਨੀਡਸ ਐਂਡ ਵਾਂਟਸ ਵੀ ਪੂਰੀਆਂ ਕਰਨ ਪਲੱਸ ਸੁਸਾਇਟੀ ਵੱਲ ਵੀ ਧਿਆਨ ਰੱਖਣ. The societal concept of marketing is an extension of marketing concept. It advocates that a business should never forget the interest of the society at large in the process of fulfilling the needs of its target customers. कि customers the needs ਨੂੰ fulfill ਕਰਦੇ ਹੋਏ ਤੁਸੀਂ society ਨੂੰ ਨਾ ਭੁੱਲ ਜਾਓ. It is an undisputed fact that any activity which brings profit to a business but is detrimental to the interest of the society at large cannot be justified on any ground. ਕੋਈ ਵੀ ਇਹੋ ਜਿਹੀ ਐਕਟੀਵਿਟੀ ਜਿਹੜੀ ਕਿ ਕਸਟਮਰਸ ਦੀ ਨੀਡਸ ਨੂੰ ਫੁੱਲਫਿਲ ਕਰ ਰਹੀ ਹੈ ਲੇਕਿਨ ਸੁਸਾਇਟੀ ਦੇ ਅਗੇਂਸਟ ਹੈਗੀ ਉਹ ਕਿਸੇ ਵੀ ਤਰ੍ਹਾਂ ਨਾਲ ਜਸਟੀਫਾਈ ਆਪਾਂ ਨਹੀਂ ਕਰ ਸਕਦੇ. Therefore, while carrying out the various activities, a business has to ensure that it is not adding to the social problems in any way, like depleting natural resources, polluting the environment, inflation, etc. ਤਾਂ ਇਸ ਤੱਕ ਕਰਕੇ ਇਸ ਕਨਸੈਪਟ ਦੇ ਅਕੋਰਡਿੰਗ ਜਿਹੜਾ ਬਿਜ਼ਨਸਮੈਨ ਹੈ ਉਹਨੂੰ ਧਿਆਨ ਰੱਖਣਾ ਚਾਹੀਦਾ ਹੈਗਾ ਕਿ ਉਹ ਕਸਟਮਰਸ ਦੀ ਨੀਡਸ ਐਂਡ ਵਾਂਟਸ ਨੂੰ ਸੈਟੀਸਫਾਈ ਕਰਦੇ ਹੋਏ ਕਿਸੇ ਵੀ ਤਰੀਕੇ ਨਾਲ ਸੁਸਾਇਟੀ ਨੂੰ ਹਾਰਮ ਨਾ ਪਹੁੰਚਾਏ. ਨੈਚੁਰਲ ਰਿਸੋਰਸਿਸ ਨੂੰ ਖਰਾਬ ਨਾ ਕਰੇ, ਪੋਲਿਊਸ਼ਨ ਨਾ ਕਰੇ, ਹੋਰ ਉਹਨਾਂ ਨੂੰ ਹੋਰ ਵੀ ਕੰਮ ਕਰਨੇ ਚਾਹੀਦੇ ਪੋਲਿਊਸ਼ਨ ਫ੍ਰੀ ਇਨਵਾਇਰਨਮੈਂਟ ਲਈ, ਇਕੋ ਫ੍ਰੈਂਡਲੀ ਮੈਥਡਸ ਯੂਜ਼ ਕਰਨੇ ਚਾਹੀਦੇ ਪ੍ਰੋਡਕਸ਼ਨ ਲਈ. ਇਹ ਸਾਰੇ ਚੀਜ਼ਾਂ ਕੀ ਹੈਗੇ ਸੁਸਾਇਟੀ ਮਾਰਕੀਟਿੰਗ ਕਨਸੈਪਟ ਦੇ ਅੰਡਰ ਹੁੰਦੀ ਹੈ. ਤੇ ਪੰਜ ਅਲੱਗ-ਅਲੱਗ ਬੰਦਿਆਂ ਦੀ ਅਲੱਗ-ਅਲੱਗ ਬਿਜ਼ਨਸਮੈਨ ਦੀ ਅਲੱਗ-ਅਲੱਗ ਸੋਚ ਰੱਖਣ ਵਾਲੇ ਬੰਦਿਆਂ ਦੀ ਥਿਊਰੀ ਹੈਗੀ ਜਿਹੜੇ ਬਿਜ਼ਨਸ ਕਰਦੇ ਹੈਗੇ. ਕਈ ਲੋਕੀ ਕਿਵੇਂ ਸੋਚਦੇ ਹੈਗੇ ਕਿ ਯਾਰ ਪੂਰੇ ਡਿਮਾਂਡ ਨੂੰ ਮਿਲਣਾ ਚਾਹੀਦਾ, ਲੋਕ ਜਿੰਨਾ ਡਿਮਾਂਡ ਕਰਦੇ ਹੈਗੇ ਪ੍ਰੋਡਕਟ ਉਨੀ ਉਹਨਾਂ ਨੂੰ ਸਪਲਾਈ ਮਿਲਣੀ ਚਾਹੀਦੀ ਹੈਗੀ ਚਾਹੇ ਤੁਸੀਂ ਕੁਆਲਿਟੀ ਨਾਲ ਕੰਪਰੋਮਾਈਜ਼ ਕਰ ਦਿਓ ਕੋਈ ਦਿੱਕਤ ਨਹੀਂ ਹੈਗੀ. ਇਹ ਆਂਦੇ ਹੈਗੇ ਪ੍ਰੋਡਕਸ਼ਨ ਕਨਸੈਪਟ. ਦੂਜੇ ਲੋਕੀ ਸੋਚਦੇ ਹੈਗੇ ਕਿ ਯਾਰ ਕੋਈ ਗੱਲ ਨਹੀਂ 2-4 ਪੈਸੇ ਵੱਧ ਚ ਸਮਾਨ ਵੇਚ ਲਾਂਗੇ ਲੇਕਿਨ ਕੁਆਲਿਟੀ ਕੰਪਰੋਮਾਈਜ਼ ਨਹੀਂ ਹੋਣੀ ਚਾਹੀਦੀ. ਅੱਜ ਕੱਲ ਲੋਕੀ ਵਧੀਆ ਚੀਜ਼ ਖਰੀਦਣਾ ਪਸੰਦ ਕਰਦੇ ਹੈਗੇ ਤਾਂ ਵਧੀਆ ਹੀ ਬਣਾਵਾਂਗੇ ਵਧੀਆ ਹੀ ਚੀਜ਼ ਵੇਚਾਂਗੇ. ਪ੍ਰੋਡਕਟ ਕਨਸੈਪਟ ਆ ਗਿਆ. ਸੈਲਿੰਗ ਕਨਸੈਪਟ ਵਾਲੇ ਲੋਕ ਕੀ ਕਹਿੰਦੇ ਹੈਗੇ ਚਾਹੇ ਯਾਰ ਕੁਝ ਮਰਜ਼ੀ ਚੀਜ਼ ਬਣਾ ਲਓ ਤੁਹਾਨੂੰ ਵੇਚਣੀ ਪਊਗੀ ਚਾਹੇ ਕੁਆਲਿਟੀ ਚੰਗੀ ਰੱਖੋ ਚਾਹੇ ਕੁਆਲਿਟੀ ਚੰਗੀ ਨਾ ਰੱਖੋ ਤੁਹਾਨੂੰ ਐਫਰਟ ਲਾਣੇ ਪੈਣਗੇ ਵੇਚਣ ਤੇ. ਇਹ ਸੈਲਿੰਗ ਕਨਸੈਪਟ ਵਾਲੇ ਲੋਕ ਹੈ. ਫਿਰ ਮਾਰਕੀਟਿੰਗ ਕਨਸੈਪਟ ਵਾਲੇ ਲੋਕ ਕੀ ਕਹਿੰਦੇ ਹੈਗੇ ਆਏ ਨਹੀਂ ਹੈਗਾ ਕਿ ਜੋ ਆਪਾਂ ਬਣਾ ਰਹੇ ਹੈਗੇ ਉਹ ਵਿਕ ਜੂਗਾ. ਜਿਹੜੀ ਚੀਜ਼ ਕਸਟਮਰ ਆਪਣੇ ਤੋਂ ਮੰਗ ਰਿਹਾ ਜਿਹੜੀ ਚੀਜ਼ ਕਸਟਮਰ ਨੂੰ ਲੋੜ ਹੈਗੀ ਉਹੀ ਚੀਜ਼ ਜੇ ਆਪਾਂ ਬਣਾਵਾਂਗੇ ਫਿਰ ਆਪਣੀ ਚੀਜ਼ ਵਿਕੂਗੀ. ਮਾਰਕੀਟਿੰਗ ਕਨਸੈਪਟ ਹੈ. ਤਾਂ ਸੋਸਾਈਟਲ ਮਾਰਕੀਟਿੰਗ ਕਨਸੈਪਟ ਕੀ ਕਹਿੰਦਾ ਕਿ ਨੀਡਸ ਐਂਡ ਵਾਂਟਸ ਨੂੰ ਵੀ ਪੂਰੀਆਂ ਕਰੋ ਤੇ ਸੋਸਾਇਟੀ ਨੂੰ ਇਗਨੋਰ ਨਾ ਕਰੋ. ਸੋਸਾਇਟੀ ਦਾ ਵੀ ਵੈਲਫੇਅਰ ਨਾਲ ਕਰਦੇ ਰਹੋ ਤਾਂ ਹੀ ਤੁਸੀਂ ਮੈਕਸਿਮਮ ਪ੍ਰੋਫਿਟ ਕਮਾ ਸਕੋਗੇ ਲੌਂਗ ਰਨ ਦੇ ਵਿੱਚ. ਜੇ ਤੁਸੀਂ ਨੀਡਸ ਐਂਡ ਵਾਂਟਸ ਪੂਰੀਆਂ ਕਰ ਰਹੇ ਹੋਗੇ ਤੇ ਦੂਸਰੀ ਤਰਫ ਸੋਸਾਇਟੀ ਨੂੰ ਹਾਰਮ ਕਰ ਰਹੇ ਹੋਗੇ ਤਾਂ ਲੌਂਗ ਟਰਮ ਦੇ ਵਿੱਚ ਤੁਹਾਡਾ ਬਿਜ਼ਨਸ ਸਰਵਾਈਵ ਨਹੀਂ ਕਰ ਪਾਊਗਾ. ਤੇ ਇਹ ਸੀਗੀਆਂ 5 ਮਾਰਕੀਟਿੰਗ ਫਿਲਾਸਫੀਜ਼ ਅਲੱਗ-ਅਲੱਗ ਲੋਕਾਂ ਦੀ ਥਿੰਕਿੰਗ. ਹੋਪਫੁਲੀ ਤੁਹਾਨੂੰ ਸਾਰੀਆਂ ਫਿਲਾਸਫੀਜ਼ ਸਮਝ ਆ ਗਈਆਂ ਹੋਣਗੀਆਂ. ਜੇ ਇਸ ਟੌਪਿਕ ਦੇ ਵਿੱਚੋਂ ਕੋਈ ਵੀ ਡਾਊਟ ਹੋਵੇ ਕੋਈ ਵੀ ਕੁਐਰੀ ਹੋਈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਕੁਐਰੀ ਡ੍ਰੌਪ ਕਰ ਦਿਓ ਆਪਾਂ ਜ਼ਰੂਰ ਡਿਸਕਸ ਕਰਾਂਗੇ. ਨੈਕਸਟ ਟੌਪਿਕ ਹੈ ਆਪਣਾ ਮਾਰਕੀਟਿੰਗ ਮਿਕਸ. ਮਾਰਕੀਟਿੰਗ ਮਿਕਸ ਆਪਾਂ ਨੈਕਸਟ ਪਾਰਟ ਦੇ ਵਿੱਚ ਡਿਸਕਸ ਕਰਾਂਗੇ. ਮਿਲਦੇ ਹਾਂ ਨੈਕਸਟ ਪਾਰਟ ਦੇ ਵਿੱਚ. ਹੈਵ ਅ ਗੁੱਡ